कोई नहीं कोई नहीं कोई नहीं। आजा बेबे बैठो ऐसे बैग च पा दी नाल ही बग उत्थे तो खड़ेगा उत्थे बैग च पा दी होगी चलो नाल हो जो ज्ञान जी परे करके आपको सारे मिलने हैं साहब चलो 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 भुपिंदर साइड पे हो जा गाड़ी आ गई आओ यार सत श्री अकाल बेटे सत श्री अकाल बधाइयां ने ਸਾਨੂੰ आओ करवा लो किसका करवा लो मिथो किमें जट्टा सिंह जी सेहत ठीक ने बहुत बढ़िया परिवार भी ठीक है सारे ठीक है सानू बहुत खुशी है ਹੁਣ ਤੁਹਾਡੇ ਤੋਂ ਬਾਅਦ ਯਕੀਨ ਹੋ मान साहब सरकार मेरे ਨਾਲ जुड़े होने जी बस ਹੁਣ ਤਾਂ ਚਲੋ ਤੁਹਾਡਾ ਨਾਮ ਕੀ ਸੀ ਜਿਹਨਾਂ ਨੂੰ ਬੁਲਾਇਆ ਸੀ ਜੰਟਾ ਸਿੰਘ ਜੀ घंटा सिंह ਆ ਬਣ ਗਿਆ ਵੀਰੇ ਮਾੜਾ ਵੀਡੀਓ ਬਣਾ ਲੈਂਦਾ ਮੈਨੂੰ छोटे बच्चों का मैं बहुत बहुत धन्यवाद करता गर्मी के बावजूद इतने पहुँच के लंगर छकिया गुरु साहब का आशीर्वाद लिया मेरिया चाचियां ताइयां मेरे बड़े छोटे भाई मेरे चाचे ताए मेरे सामने बैठे ने मैं जानता सारे क्योंकि बचपन इतने बीतिया बड़े भी इतने हुए हैं इन्हां गलियां च खेडिया इन्हां स्कूलों च इन्हां गुरु घरां च इन्हां डेरे दे विच भंडारियां च हिस्सा लेंदे रहे हैं चाह हुंदा सी बड़ा तो मेरे लिए मैं कोई अज मुख्यमंत्री के तौर पर नहीं आया मैं थोड़े पुत भरा भतीजे पोते के तौर पर आया क्योंकि जिन्ना मर्जी बंदा बड़ा हो जाए उन्होंने अपन जड़ा नहीं भुलनिया चाहिए जिथों वो जम्मिया पलिया जिथे वो खेडिया उन्हों का आशीर्वाद ही मावां का उन्होंने भैनों दी दुआवां उन्होंने बजुर्गों का आशीर्वाद उही थोनों दुनिया दे विच बहुत उच्चियां पदवियां ते लै जांदा है लेना उन्होंने कुछ नहीं होंदा पर देण वास्ते उन्होंने कोले आशीर्वाद है असीसा ने जिन्हों की दुनिया की किसी करंसी च कोई कीमत नहीं पाई जाती
ਅੱਜ ਸਾਰੇ ਪਿੰਡ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਆਲੇ ਦੁਆਲੇ ਤੋਂ ਪਿੰਡਾਂ ਤੋਂ ਮੇਰੇ ਦੋਸਤ ਮਿੱਤਰ ਵੀ ਆਏ ਹੋਏ ਨੇ, ਮੀਡੀਆ ਵੀ ਆਇਆ ਹੋਇਆ। ਸੋ ਅਸੀਂ ਜਮਾ ਸਾਦਾ ਜਿਹਾ ਸਮਾਗਮ ਕੀਤਾ ਹੈ। ਤੁਹਾਨੂੰ ਵੀ ਮੈਂ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਬਹੁਤ ਜਿਹੜੇ ਵਿਆਹ ਨੇ ਉਹ ਬਹੁਤ ਮਹਿੰਗੇ ਹੋ ਗਏ। 50-50, 60-60, 70-70 ਲੱਖ ਲੱਗਣ ਲੱਗ ਗਿਆ। ਕਰਜ਼ੇ ਚੱਕ ਕੇ ਵਿਆਹ ਕਰਦੇ ਆ, ਅੱਡੀਆਂ ਚੱਕ ਫਾਹੇ ਲੈਂਦੇ ਆ। ਵਿਆਹ ਤਾਂ ਛੱਡੋ, ਭੋਗ ਵੀ ਇੰਨੇ ਮਹਿੰਗੇ ਹੋ ਗਏ। ਜਿਹਦੇ ਕੋਲੇ ਸਰਦਾ ਪੁੱਜਦਾ ਘਰ ਆ ਜਿਹੜਾ ਉਹ ਤਾਂ ਕਰ ਦਿੰਦਾ ਹੈ। ਬੰਦ ਕਰੀਏ। ਮੁਸ਼ਕਲ ਪੈਂਦੀ ਹੈ ਗਰੀਬ ਨੂੰ, ਉਹਨੂੰ ਕਰਨਾ ਪੈਂਦਾ ਹੈ ਉਹਨਾਂ ਵਰਗਾ। ਸੋ ਆਪਾਂ ਜੇ ਗੁਰੂ ਘਰ ਤੋਂ ਆਸ਼ੀਰਵਾਦ ਲਈਏ, ਆਪਣੇ ਕੋਲੇ ਖਜ਼ਾਨਾ ਪਿਆ ਗੁਰੂ ਗ੍ਰੰਥ ਸਾਹਿਬ 'ਚ, ਆਸ਼ੀਰਵਾਦ ਲੈ ਕੇ ਉੱਥੋਂ ਕੋਈ ਵੀ ਆਪਣਾ ਕੋਈ ਦੁੱਖ ਸੁੱਖ ਦਾ ਸਮਾਗਮ ਕਰਨਾ ਹੈ ਤਾਂ ਸਾਦਾ ਰੱਖੋ। ਫਿਰ ਕਰਜ਼ੇ ਚੜ ਜਾਂਦੇ ਨੇ, ਫਿਰ ਚਿੰਤਾ ਦੇ ਵਿੱਚ ਰਹਿਣ ਲੱਗ ਜਾਂਦੇ ਆ। ਔਰ ਬਾਣੀ 'ਚ ਲਿਖਿਆ ਚਿੰਤਾ ਚਿਖਾ ਸਮਾਨ। ਚਿੰਤਾ ਤਾਂ ਫਿਰ ਚਿਖਾ ਵੱਲ ਨੂੰ ਲੈ ਕੇ ਜਾਂਦੀ ਹੈ। ਤੇ ਮੈਂ ਚਾਹੁੰਦਾ ਕਿ ਪੰਜਾਬ ਘੁੱਗ ਵਸਦਾ ਹੋਵੇ, ਹੱਸਦਾ ਖੇਡਦਾ ਪੰਜਾਬ ਬਣੇ, ਤੀਆਂ ਲੱਗਣ, ਮੇਲੇ ਲੱਗਣ, ਕਬੱਡੀਆਂ ਦੇ, ਕੁਸ਼ਤੀਆਂ ਦੇ ਮੈਚ ਹੋਣ, ਦੌੜਾਂ ਹੋਣ, ਸਾਡੀਆਂ ਕੁੜੀਆਂ ਸਾਡੇ ਮੁੰਡੇ ਓਲੰਪਿਕ ਖੇਡਾਂ 'ਚ, ਏਸ਼ੀਆਈ ਖੇਡਾਂ 'ਚ, ਹੋਰ ਵੱਡੇ ਵੱਡੇ ਵਿਸ਼ਵ ਕੱਪਾਂ 'ਚ ਹਿੱਸਾ ਲੈ ਕੇ ਮੈਡਲ ਜਿੱਤ ਕੇ ਆਉਣ। ਕੱਲ ਹੀ ਹਜੇ ਬਰਮਿੰਘਮ ਦੇ ਵਿੱਚ ਜਿਹੜੀਆਂ ਖੇਡਾਂ ਚੱਲ ਰਹੀਆਂ ਨੇ, ਨਾਭੇ ਦੇ ਕੋਲੇ ਪਿੰਡ ਹੈ ਮਹਿਸ, ਉੱਥੋਂ ਦੀ ਕੁੜੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹ ਹਰਜਿੰਦਰ ਕੌਰ ਬਹੁਤ ਸਾਰੀਆਂ ਲੱਖਾਂ ਹੋਰ ਹਰਜਿੰਦਰ ਕੌਰਾਂ ਲਈ ਪ੍ਰੇਰਨਾ ਦਾ ਸਰੋਤ ਬਣੂ ਕਿ ਜੇ ਉਹ ਕੁੜੀ ਇੰਨੇ ਆਮ ਜੇ ਘਰ 'ਚ ਉੱਠ ਕੇ ਏਡਾ ਵੱਡਾ ਮੈਡਲ ਜਿੱਤ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਜਿੱਤ ਸਕਦੇ। ਪਰ ਉਹਨਾਂ ਸੁਪਨਿਆਂ ਨੂੰ, ਮੈਡਲਾਂ ਦੇ ਸੁਪਨਿਆਂ ਨੂੰ ਖੰਭ ਤਾਂ ਲੱਗਣਗੇ ਜੇ ਉਹਨਾਂ ਨੂੰ ਮਾਹੌਲ ਮਿਲੂਗਾ, ਜੇ ਉਹਨਾਂ ਨੂੰ ਗਰਾਊਂਡ ਮਿਲਣਗੇ, ਜੇ ਉਹਨਾਂ ਨੂੰ ਕੋਚ ਮਿਲਣਗੇ। ਨੰਗੇ ਪੈਰੀ ਮੈਂ ਭੱਜਦੇ ਦੇਖਿਆ ਮੁੰਡੇ ਸੜਕਾਂ ਤੇ, ਕਈ ਵਾਰੀ ਰਾਤ ਨੂੰ ਚੋਣਾਂ ਦੇ ਪ੍ਰਚਾਰ 'ਚ ਆਉਂਦੇ ਹੁੰਦੇ ਸੀ, ਨੰਗੇ ਪੈਰੀ 20 ਮੁੰਡੇ ਭੱਜੇ ਜਾਂਦੇ ਹੁੰਦੇ ਸੀ। ਇੰਨਾ ਰਿਸਕੀ ਹੁੰਦਾ ਸੀ ਵੀ ਪਤਾ ਹੀ ਨਹੀਂ ਲੱਗਦਾ ਸੀ, ਮੂਹਰੋਂ ਜੇ ਗੱਡੀ ਦੇ ਲਾਈਟਾਂ ਪੈ ਜਾਣ ਇੱਕ ਐਕਸੀਡੈਂਟ ਵੀ ਹੋ ਸਕਦਾ ਹੈ। ਫਿਰ ਉਹਨੂੰ ਪੁੱਛਦੇ ਸੀ ਕੀ ਕਰਦੇ ਹੋ, ਕਹਿੰਦੇ ਜੀ ਫੌਜ ਜਾਣ ਦੀ ਤਿਆਰੀ ਕਰਦੇ ਹਾਂ। ਫੌਜ ਚਲੇ ਜਾਣਗੇ, ਸਰੀਰ ਹੈਗੇ ਨੇ ਉਹਨਾਂ ਕੋਲੇ। ਨੰਗੇ ਪੈਰੀ ਸੜਕ ਤੇ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ। ਸੋ ਸਟੇਡੀਅਮ ਬਣ ਕੇ ਆਪਣੇ ਪਿੰਡ, ਮੈਂ ਤੁਹਾਨੂੰ ਖੁਸ਼ਖਬਰੀ ਦੇ ਦੇਣਾ ਅੱਜ, ਆਪਣੇ ਪਿੰਡ ਢੈਪੀ ਤੋਂ ਵੀਰ ਖੁਰਦ ਤੋਂ ਸਤੌਜ ਤੋਂ ਦੋਲਾਵਾਲ ਤੋਂ ਜਖੇਪਲਵਾਸ, ਆਪਣੇ ਪਿੰਡ ਵੀਰ ਖੁਰਦ ਤੋਂ ਸਤੌਜ, ਇਸ ਤੋਂ ਬਾਅਦ ਧਰਮਗੜ੍ਹ, ਆਪਣੇ ਪਿੰਡ ਵੀਰ ਖੁਰਦ ਤੋਂ ਹੀਰੋ ਤੋਂ ਫਿਰ ਪਿੰਡਾਂ ਵਿੱਚ ਵੀ ਕਣਕਵਾਲ ਕੋਲ ਦੀ ਉਹ ਜਿਹੜੀ ਫੇਰੂਆਣੇ ਵਾਲੀ ਜਿਹੜੀ ਜਾਂਦੀ ਹੈ ਪੁਰਾਣੇ ਪੁਲ ਵਾਲੀ, ਇਹ ਸਾਰੀਆਂ ਸੜਕਾਂ ਆਉਣ ਵਾਲੇ 3-4 ਮਹੀਨਿਆਂ 'ਚ ਮੀਂਹ ਹਟ ਜਾਣ ਤੋਂ, ਮੀਂਹ ਤੋਂ ਬਾਅਦ ਸੜਕਾਂ ਬਣਨ ਲੱਗੀਆਂ, ਸਾਰੀਆਂ 18 ਫੁੱਟੀਆਂ ਹੋ ਜਾਣਗੀਆਂ, 24। ਬਹੁਤ ਸਾਰੇ ਤਜਰਬੇ ਪੰਜਾਬ ਦੇ ਵਿੱਚ ਜਿਹੜੇ ਕਰਨੇ ਨੇ ਉਹ ਆਪਣੇ ਪਿੰਡ ਤੇ ਕਰਿਆ ਕਰਾਂਗੇ। ਜੇ ਇੱਥੇ ਕਾਮਯਾਬ ਹੈ ਤਾਂ ਪੰਜਾਬ 'ਚ ਕਾਮਯਾਬ ਹੈ, ਕਿਉਂਕਿ ਇੱਥੇ ਤੁਸੀਂ ਐਗਜ਼ਾਮਪਲ ਸੈੱਟ ਕਰਨੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਸਾਰਾ ਖਜ਼ਾਨਾ ਹੀ ਮੈਂ ਪਿੰਡ ਨੂੰ ਦੇਦਾ, ਸਾਰਿਆਂ ਦਾ ਹਿੱਸਾ ਬਰਾਬਰ ਦਾ ਬਣਦਾ, ਪਰ ਆਪਣੇ ਪਿੰਡ ਕਿਉਂਕਿ ਇੱਕ ਹੈ, ਕੋਈ ਪਾਰਟੀਬਾਜ਼ੀ ਨਹੀਂ ਹੈਗੀ। ਤੇ ਇੱਥੇ ਇਸ ਕੱਚ ਦੇ ਵਿੱਚ ਵੀ ਬਹੁਤ ਸਾਰੇ ਕਾਂਗਰਸ ਨਾਲ ਸੰਬੰਧਿਤ ਜਾਂ ਅਕਾਲੀ ਦਲ ਨਾਲ ਸੰਬੰਧਿਤ ਖੜੇ ਨੇ। ਉਹ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ, ਜਦੋਂ ਆਪਣਾ ਪਿੰਡ ਦਾ ਕੋਈ ਕੰਮ ਹੈ ਉਦੋਂ ਸਾਰੇ ਇਕੱਠੇ ਰਿਹਾ ਕਰੋ। ਤੇ ਬਹੁਤ ਸਾਰੇ ਹੋਰ ਵੀ ਨਵੇਂ ਪ੍ਰੋਜੈਕਟ ਜਿਹੜੇ ਨੇ ਉਹ ਪਿੰਡ 'ਚ ਲੈ ਕੇ ਆਵਾਂਗੇ। ਕਾਮਯਾਬ ਹੁੰਦੇ ਨੇ ਜਾਂ ਜੋ ਕੋਈ ਕਮੀ ਰਹਿੰਦੀ ਹੈ ਤਾਂ ਅਗਲੇ ਪਿੰਡ 'ਚ ਜੇ ਕਿਤੇ ਹੋਰ ਕਰਨਾ ਉੱਥੇ ਸੋਧਾਂਗੇ। ਭਾਈ ਆਪਣੇ ਪਿੰਡ ਬਣਾਇਆ ਸੀ, ਉਹ ਚਾਹ ਸ਼ਿਕਾਇਤ ਆਈ ਸੀ, ਅੱਗੇ ਸ਼ਿਕਾਇਤ ਨਾ ਆਵੇ। ਸੋ ਇਸ ਕਰਕੇ ਮੈਂ ਆਪਣੇ ਪਰਿਵਾਰ ਵੱਲੋਂ
ਮਾਤਾ ਜੀ ਵੱਲੋਂ, ਭੈਣ ਵੱਲੋਂ, ਪਰਿਵਾਰ ਵੱਲੋਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਜਦੋਂ ਵੀ ਅਸੀਂ ਆਏ ਹਾਂ ਤੁਸੀਂ ਸਾਨੂੰ ਕਦੇ ਬੇਗਾਨੇ ਹੋਣ ਦਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਕਿਤੇ ਪਿੰਡ ਤੋਂ ਚਲੇ ਗਏ, ਜਦੋਂ ਕਲਾਕਾਰੀ ਵੇਲੇ ਚਲੇ ਗਏ ਸੀਗੇ, ਪਰ ਆਉਂਦੇ ਜਾਂਦੇ ਰਹਿੰਦੇ ਆ। ਬੇਬੇ ਤਾਂ ਬੜੀ ਮੁਸ਼ਕਿਲ ਨਾਲ ਉੱਥੇ 4-5 ਦਿਨ ਚੰਡੀਗੜ੍ਹ ਰੱਖਣੀ ਪੈਂਦੀ ਹੈ। ਇਹ ਤਾਂ ਪਿੰਡ ਵਾਸਤੇ ਪਾਲਦੀ ਹੈ, ਕਿਉਂਕਿ ਇੱਥੇ ਜਿਹੜੀਆਂ ਸਹੇਲੀਆਂ ਨੇ ਉਹਨਾਂ ਨਾਲ ਫਿਰ ਢਿੱਡ ਹੌਲਾ ਹੋ ਜਾਂਦਾ ਹੈ। ਉੱਥੇ 10-15 ਦਿਨ ਰਹੀ ਤਾਂ ਪਾਥਰੀ ਹੋਣ ਦਾ ਵੀ ਖਤਰਾ ਹੈ। ਮਾਮਾ ਹੀ ਹੁੰਦੀਆਂ ਨੇ, ਮਾਂ ਤੋਂ ਵੱਡਾ ਰੁਤਬਾ ਨਹੀਂ ਕੋਈ ਹੁੰਦਾ। ਮਾਂ ਭਾਵੇਂ ਜਿਹੋ ਜਿਹੀ ਮਰਜ਼ੀ ਹੈ, ਭਾਵੇਂ ਪੜ੍ਹੀ ਲਿਖੀ ਹੈ, ਭਾਵੇਂ ਅਨਪੜ੍ਹ ਹੈ, ਭਾਵੇਂ ਡਾਕਟਰ ਹੈ, ਭਾਵੇਂ ਇੰਜੀਨੀਅਰ ਹੈ, ਮਾਂ ਹੁੰਦੀ ਹੈ। ਸੋ ਮਾਵਾਂ ਦੇ ਆਸ਼ੀਰਵਾਦ ਹਮੇਸ਼ਾ ਬੰਦੇ ਨੂੰ ਹਰ ਮੈਦਾਨ ਦੇ ਵਿੱਚ ਫਤਿਹ ਕਰਦੇ ਨੇ। ਤੇ ਮੈਂ ਤੁਹਾਡਾ ਧੰਨਵਾਦ ਕਰਦਾ। ਸਾਡੇ ਦਰਮਿਆਨ ਅਮਨ ਅਰੋੜਾ ਜੀ ਜਿਹੜੇ ਕਿ ਮਿਨਿਸਟਰ ਨੇ, ਸੁਨਾਮ ਤੋਂ MLA ਨੇ, ਮੰਤਰੀ ਨੇ, ਅਫਸਰ ਨੇ ਪੰਜਾਬ ਸਰਕਾਰ ਦੇ ਵਿੱਚ, ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਸ਼ੁਕਰੀਆ ਤੇ ਧੰਨਵਾਦ ਕਰਦਾ। ਔਰ ਜਿੰਨਾ ਤੁਸੀਂ ਮਾਣ ਬਖਸ਼ਿਆ ਉਹਦੇ ਲਈ ਤਾਂ ਮੈਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰਾਂ, ਤਾਂ ਵੀ ਮੈਨੂੰ ਲੱਗਦਾ ਕਈ ਜਨਮ ਲੈਣੇ ਪੈਣਗੇ। ਤੁਹਾਨੂੰ ਪਤਾ ਮੈਂ ਪਿੰਡ ਰੈਲੀ ਨਹੀਂ ਕਰਨਾ ਆਉਂਦਾ, ਜੇ ਪਿੰਡ ਹੀ ਰੈਲੀ ਕਰਨੀ ਪੈਗੀ ਫਿਰ ਬਾਕੀ ਤਾਂ ਮੈਂ ਕੀ ਕਰਾਂਗੀ। ਅਗੋ ਤੁਸੀਂ ਤਾਂ ਆਪ ਜਾਂਦੇ ਹੋ ਗੱਡੀਆਂ ਲੈ ਕੇ, ਤਾਂ ਮੈਨੂੰ ਪਤਾ ਹੁੰਦਾ ਤੁਹਾਡਾ ਕਿ ਤੁਸੀਂ ਆਪਣੇ ਪਿੰਡ ਦਾ ਪੁੱਤ ਸਮਝਦੇ ਹੋ। ਬਹੁਤ ਸਾਰੇ ਮੈਂ ਦੇਖਦਾ ਰਹਿਣਾ, ਕਈ ਵੀਡੀਓ ਆ ਜਾਂਦੀਆਂ ਇੱਥੇ ਸੱਤ 'ਚ ਬੈਠਿਆਂ ਦੀਆਂ, ਕੋਈ ਆ ਜਾਂਦਾ TV ਵਾਲਾ, ਤਾਂ ਤੁਸੀਂ ਮੇਰਾ ਮਾਣ ਵਧਾਉਂਦੇ ਰਹਿੰਦੇ ਹੋ। ਚਾਚੀਆਂ ਤਾਈਆਂ ਵੀ ਕਹਿੰਦੀਆਂ ਰਹਿੰਦੀਆਂ ਨੇ ਭਾਈ ਸਾਡਾ ਪੋਤਾ ਉਹ, ਤੇ ਹੈਗਾ ਵੀ ਆ। ਤੇ ਬਸ ਇਸੇ ਤਰ੍ਹਾਂ ਆਸ਼ੀਰਵਾਦ ਬਣਾਈ ਰੱਖਿਓ। ਪਰਮਾਤਮਾ ਭਲੀ ਕਰੂਗਾ, ਪਰਮਾਤਮਾ ਸੱਚ ਬਖਸ਼ੇ। ਗੁਰੂ ਘਰ ਖੜੇ ਆ, ਇਹੀ ਅਰਦਾਸ ਕਰਦੇ ਆ, ਪਰਮਾਤਮਾ ਬਲ ਬਖਸ਼ੇ। ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਲੈ ਕੇ ਆਉਣੀਆਂ ਨੇ, ਨੌਕਰੀਆਂ ਵੀ ਦੇਣੀਆਂ ਮੁੰਡੇ ਕੁੜੀਆਂ ਨੂੰ, ਪੜ੍ਹੇ ਲਿਖਿਆਂ ਨੂੰ, ਘਰ ਵੀ ਬਣਾਉਣੇ ਆ ਬੜੇ ਵਧੀਆ। ਨਾਲ ਖੇਤੀ ਨੂੰ ਵੀ ਪੈਰਾਂ ਸਿਰ ਕਰਨਾ ਹੈ, ਮਜ਼ਦੂਰਾਂ ਨੂੰ ਵੀ ਉਹਨਾਂ ਦਾ ਬਣਦਾ ਹੱਕ ਦਿਵਾਉਣਾ ਹੈ, ਵਪਾਰ ਵੀ ਠੀਕ ਕਰਨਾ ਹੈ। ਤੇ ਜਿਹੜੀਆਂ ਪਹਿਲਾਂ ਕਦੇ ਆਪਣੇ ਹੁਣ ਪਿੰਡਾਂ 'ਚ ਬੱਸਾਂ ਆਉਣੀ ਨਹੀਂ ਹਟ ਗਈਆਂ ਸੀ, ਪਹਿਲਾਂ 7 ਵਾਲੀ ਤੇ ਜਾਂਦੇ ਹੁੰਦੇ, ਇੱਥੇ ਹੀ ਤਾਂ ਮੁੜਦੀ ਹੁੰਦੀ ਸੀ। ਉਹਨੇ 7 ਵਾਲੀ ਤੇ ਜਾਂਦੇ ਹੁੰਦੇ, 2:30 ਵਾਲੇ ਤੇ ਆਉਂਦੇ ਹੁੰਦੇ, ਠੀਕ ਹੈ ਨਾ। ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਜਿਹੜੇ ਪੁਰਾਣੇ ਖਤਮ ਕਰਤੇ ਸੀ ਸਰਕਾਰਾਂ ਨੇ, ਉਹ ਬਹਾਲ ਕਰਾਂਗੇ। ਔਰ ਜਿਹੜਾ ਤੁਹਾਨੂੰ ਕਿਸੇ ਨੂੰ ਹੱਥ ਦੇ ਕੇ, ਕਿਸੇ ਬਗਾਨੇ ਨਾਲ ਸਕੂਟਰ ਤੇ ਬਹਿ ਕੇ, ਕਿਸੇ ਟਰਾਲੀ ਤੇ ਚੜ੍ਹ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਸ਼ਹਿਰ ਨੂੰ ਜਾਣਾ ਪੈਂਦਾ, ਉਹ ਤੁਹਾਡੀਆਂ ਮੁਸ਼ਕਲਾਂ ਹੱਲ ਹੋਣਗੀਆਂ। ਮੁਹੱਲਾ ਕਲੀਨਿਕ ਜਿਹਨੂੰ ਕਹਿੰਦੇ ਆ, ਪਿੰਡ ਦੇ ਵਿੱਚ ਉਹਨੂੰ ਆਮ ਆਦਮੀ ਕਲੀਨਿਕ ਕਹਿੰਦੇ ਆ। ਆਮ ਆਦਮੀ ਕਲੀਨਿਕ ਸ਼ਾਨਦਾਰ ਕਲੀਨਿਕ ਸਤੌਲ 'ਚ ਬਣਾਵਾਂਗੇ। 90% ਬਿਮਾਰੀਆਂ ਦਾ ਇਲਾਜ ਇੱਥੇ ਹੋ ਜਾਇਆ ਕਰੂ, ਸ਼ਹਿਰ ਜਾਣ ਦੀ ਲੋੜ ਨਹੀਂ। ਉਹ ਕਿਸੇ ਦਾ ਬਲੱਡ ਟੈਸਟ ਲੈਣਾ ਹੈ, ਇੱਥੇ ਟੈਸਟ ਲਿਆ ਕਰਨਗੇ, ਬਲੱਡ ਲੈ ਲਿਆ ਕਰਨਗੇ, ਖੂਨ ਉਹਦੇ ਵਿੱਚ ਲੈ ਕੇ ਉਹ ਲੈਬੋਰਟਰੀ ਨੂੰ ਭੇਜਣਗੇ। ਲੈਬੋਰਟਰੀ 'ਚੋਂ ਰਿਪੋਰਟ ਆਊਗੀ, ਤੁਹਾਨੂੰ ਦੱਸਣਗੇ ਕਿ ਆਹ ਦਵਾਈਆਂ ਨਾਲ ਠੀਕ ਹੋਊ। ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਕਿ ਇੱਥੋਂ ਨਹੀਂ ਮਿਲਦੀ, ਫਿਰ ਤੁਹਾਨੂੰ ਦੱਸਿਆ ਜਾਊਗਾ ਕਿ ਸੁਨਾਮ ਜਾਂ ਸੰਗਰੂਰ ਤੁਸੀਂ ਆਹ ਇਲਾਜ ਕਰਾ ਲਓ। ਹੁਣ ਤੁਸੀਂ ਇਲਾਜ ਕਰਿਓ, ਕੋਈ ਹੁਣ ਪੈਸੇ ਵੱਲੋਂ ਇਲਾਜ ਵੱਲੋਂ ਉਹਨਾਂ ਨਹੀਂ ਰਹੂਗਾ ਕਿ ਪੈਸੇ ਨਹੀਂ ਹੈਗੇ ਇਲਾਜ ਨਹੀਂ ਕਰਾ ਸਕਦੇ। ਬਿਲਕੁਲ ਫ੍ਰੀ ਇਲਾਜ ਹੋਊਗਾ। 100 ਕਿਸਮ ਦੇ ਟੈਸਟ ਨੇ ਜਮਾ ਫ੍ਰੀ, ਕੋਈ ਦਵਾਈ ਦਾ ਪੈਸਾ ਨਹੀਂ ਲੱਗਦਾ। ਔਰ ਇਹ ਵੀ ਨਹੀਂ ਹੈਗਾ ਕਿ ਕੋਈ ਅਕਾਊਂਟ 'ਚ ਕੋਈ ਲਾਤਾ ਵੀ SC ਦੀ, ਸਾਰੇ ਹੀ ਪਿੰਡ ਜਿਹੜਾ ਮਰਜ਼ੀ ਜਾਓ ਉੱਥੇ, ਜਦੋਂ ਮਰਜ਼ੀ। ਬੁਢਾਪਾ ਪੈਨਸ਼ਨਾਂ ਵਾਸਤੇ ਹੁਣ ਬੈਂਕ ਜਾਣ ਦੀ ਲੋੜ ਨਹੀਂ ਪੈਣੀ, ਬੈਂਕ ਵਾਲੇ ਇੱਥੇ ਆ ਕੇ ਤੁਹਾਨੂੰ ਬੁਢਾਪਾ ਪੈਨਸ਼ਨ ਘਰੇ ਦੇ ਕੇ ਜਾਣਗੇ। ਸੋ ਆਟਾ ਦਾਲ ਸਕੀਮ ਆਊਗੀ, ਆਟਾ ਲੈਣਾ ਆਟਾ ਲੈ ਲਿਓ, ਕਣਕ ਲੈਣੀ ਕਣਕ ਲੈ ਲਿਓ। ਪਰ 2-4 ਦਿਨਾਂ 'ਚ ਮੈਂ
ਉਹਨਾਂ ਆਟਾ ਚੱਕੀਆਂ ਦਾ ਦੌਰਾ ਕਰੂੰਗਾ ਜਿੱਥੇ ਉਹ ਕਣਕ ਅਸੀਂ ਪਿਸਾਵਾਂਗੇ। ਜਿਹੋ ਜਿਹੇ ਆਟੇ ਨਾਲ ਰੋਟੀ ਮੇਰੇ ਘਰੇ ਪੱਕੂਗੀ ਉਹੋ ਜਿਹੇ ਆਟੇ ਨਾਲ ਤੁਹਾਡੇ ਘਰੇ ਪੱਕੂ। ਇਹ ਨਹੀਂ ਹੈਗਾ ਕਿ ਤੁਹਾਨੂੰ ਸੁਸਰੀ ਵਾਲਾ ਆਟਾ, ਤੁਹਾਨੂੰ ਖਰਾਬ ਕਣਕ ਵਾਲਾ ਆਟਾ ਦੇਤਾ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ। ਇਹ ਨਹੀਂ ਹੋ ਸਕਦਾ। ਅਸੀਂ ਜੁਰਮਾਨਾ ਲਾਵਾਂਗੇ ਫਿਰ ਉਹਨਾਂ ਕੰਪਨੀਆਂ ਨੂੰ, ਉਹਨਾਂ ਚੱਕੀਆਂ ਨੂੰ, ਜਾਂ ਉਹਨਾਂ ਅਫਸਰਾਂ ਨੂੰ ਸਸਪੈਂਡ ਕਰਾਂਗੇ ਜਿਨ੍ਹਾਂ ਕਰਕੇ ਇਹ ਹੋ ਗਿਆ ਕਿ ਗਲਤ ਕਣਕ ਆ ਗਈ। ਤੇ ਆਪਣੇ ਪਿੰਡ ਦੀ ਪ੍ਰਪੋਜ਼ਲ ਇੱਕ ਪਾਤੀ, ਫਰੈਸ਼ ਕਨਾਲ ਵਾਟਰ, ਯਾਨੀ ਕਿ ਦੁਬਾਰੇ ਆਪਣੇ ਪਿੰਡ ਵਾਲੀ ਜਿਹੜੀ ਕੱਸੀ ਹੈ ਉਹਨੂੰ ਅੰਡਰਗਰਾਉਂਡ ਪਾਈਪ ਪਾ ਕੇ ਦੁਬਾਰੇ ਆਪਣੇ ਪਿੰਡ ਨੂੰ ਨਹਿਰੀ ਪਾਣੀ ਆਉਣ ਲੱਗੂਗਾ ਤਾਂ ਕਿ ਮੋਟਰਾਂ ਬੰਦ ਹੋ ਜਾਣ, ਧਰਤੀ ਦਾ ਪਾਣੀ ਬਚ ਜੇ, ਬਿਜਲੀ ਬਚ ਜੇ। ਇਹ ਇਕੱਲੇ ਆਪਣੇ ਨਹੀਂ, ਪੂਰੇ ਪੰਜਾਬ ਦੇ ਵਿੱਚ ਨਹਿਰੀ ਸਿਸਟਮ ਜਿਹੜਾ ਹੈ ਉਹਨੂੰ ਅਸੀਂ ਠੀਕ ਕਰਨ ਲੱਗੇ ਹੋਏ ਹਾਂ। ਥੋੜਾ ਜਿਹਾ ਟਾਈਮ ਚਾਹੀਦਾ ਹੈ। ਇਸ ਕਰਕੇ ਤੁਹਾਡੇ ਧੰਨਵਾਦੀ ਹਾਂ, ਖਾਸ ਤੌਰ ਤੇ ਮਾਵਾਂ ਭੈਣਾਂ ਦੇ, ਜਿੰਨੀ ਗਰਮੀ 'ਚ ਮੇਰਾ ਸਿਰ ਬੁਲਸਣ ਆਈਆਂ, ਮੈਨੂੰ ਆਸ਼ੀਰਵਾਦ ਦੇਣ ਆਈਆਂ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ।